सतनाम श्री वाहिगुरु साहिब जी। डंडौत बंदन अनेक बार, सर्व कला समरथ। डोलन ते राखो प्रभु, नानक दे कर हथ। तेरे कवन कवन गुण कह गावां, तू साहिब गुणी निधाना। तुमरी महिमा बरन न साको, तू ठाकुर ऊच भगवाना। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गति। वाहिगुरु साहिब जीओ। सलोक महला दूजा। चाकर लगे चाकरी, नाले गारबवाद। गल्ला करे कनेरियां, खसम न पाए साध। चाकर लगे चाकरी, नाले गारबवाद। गल्ला करे कनेरियां, खसम न पाए साध। आप गवाए सेवा करे, तां किछ पाए मान। नानक जिसनो लगा तिस मिले, लगा सो परवान। महला दूजा। जो जी होए सो उगवे, मौका के आवावो। बीजे भिख मंगे अमृत, वेखो एओ न्याओ। महला दूजा। नाल आने दोस्ती, कदे न आवे रास। जेहा जाने ते हो वर्ते, वेखो को निर्जास। वस्तु अंदर वस्तु समावे, दूजी होवे पास। साहिब सेती हुक्म न चले, कई बने अरदास। कूड़ कमाणे कूड़ो होवे, नानक सिफत विगास। महला दूजा। नाल आने दोस्ती, वड्डा रूस्यो ने हो। पानी अंदर लीक ज्यों, तिसदा थाव न थियो। महला दूजा। होए आना करे कम, आन न सके रास। जे एक अध चंगी करे, दूजी भी वे रास। पौड़ी। चाकर लगे चाकरी, जे चले खसमे भाए। हुरमत तिसनो अगली, ओ वजो भी धूणा खाए। खसमे करे बराबरी, फिर गैरत अंदर पाए। वजो गवाए अगला, मुँहे मुँह पाना खाए। जिसदा दिता खावना, तिस कई ऐसा बास। नानक हुक्म ना चलई, नाल खसम चले अरदास। जिसदा दिता खावना, तिस कई ऐसा बास। नानक हुक्म ना चलई, नाल खसम चले अरदास। वाहिगुरु जी का खालसा, वाहिगुरु जी की फतेह। जुगो जुग अटल। धन धन सतगुरु श्री गुरु ग्रंथ साहिब महाराज जी की पावन हजूरी विच सुभायमान गुरु की साध संगत। सतगुरां दा कोटान कोट शुकराना है, जिन्हां ने बख्शिश करके अपने चरनां विच बैठण दा ये अवसर सानू दिता है। धन धन सतगुरु श्री गुरु नानक देव महाराज जी की महान बाणी आसा की वार दी लड़ीवार विचार जो आप श्रवण कर रहे हो। पिछले हफ्ते तक
ਆਪਾਂ 21ਵੀਂ ਪੌੜੀ ਤੱਕ ਦੀ ਵਿਚਾਰ ਸੰਪੂਰਨ ਕੀਤੀ ਸੀ। ਅੱਜ 22ਵੀਂ ਪੌੜੀ ਅਤੇ ਉਸ ਤੋਂ ਪਹਿਲਾਂ ਦੇ ਜਿਹੜੇ 5 ਸ਼ਲੋਕ ਨੇ ਜਿਨ੍ਹਾਂ ਦਾ ਪਾਠ ਆਪਨੇ ਸਰਵਣ ਕੀਤਾ ਹੈ, ਯਤਨ ਕਰਦੇ ਹਾਂ ਇਹਨਾਂ ਦੀ ਵਿਚਾਰ ਸੰਪੂਰਨ ਹੋ ਜਾਏ। ਸਤਿਗੁਰਾਂ ਨੇ ਪਿਛਲੀ ਪੌੜੀ ਦੇ ਵਿੱਚ ਜੋ ਉਪਦੇਸ਼ ਕੀਤਾ ਸੀ, ਉਹ ਉਪਦੇਸ਼ ਸਾਨੂੰ ਸਾਰਿਆਂ ਨੂੰ ਹਰ ਵੇਲੇ ਚੇਤੇ ਰਹਿਣਾ ਚਾਹੀਦਾ ਹੈ। ਮਹਾਰਾਜ ਨੇ ਕਿਹਾ ਸੀ ਕਿ ਜਿਸ ਨੂੰ ਯਾਦ ਕਰਕੇ ਸੁਖ ਪ੍ਰਾਪਤ ਹੁੰਦਾ ਹੈ, ਜਿਸ ਨੂੰ ਯਾਦ ਕਰਕੇ ਦੁੱਖਾਂ ਦਾ ਨਾਸ ਹੁੰਦਾ ਹੈ, ਉਸ ਅਕਾਲ ਪੁਰਖ ਪਰਮਾਤਮਾ ਨੂੰ ਹਮੇਸ਼ਾ ਹੀ ਯਾਦ ਕਰਨਾ ਚਾਹੀਦਾ ਹੈ। ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ। ਅਤੇ ਫਿਰ ਮਹਾਰਾਜ ਨੇ ਇਹ ਵੀ ਕਿਹਾ ਕਿ ਜਦੋਂ ਪਤਾ ਹੈ ਇਸ ਗੱਲ ਦਾ, ਜਿਹੋ ਜਿਹਾ ਕਰਾਂਗੇ ਇਹੋ ਜਿਹਾ ਫਲ ਸਾਨੂੰ ਮਿਲੇਗਾ, ਫਿਰ ਐਸਾ ਕੰਮ ਹੀ ਕਿਉਂ ਕਰੀਏ ਜਿਸ ਦੇ ਨਾਲ ਸਾਨੂੰ ਔਖਾ ਹੋਣਾ ਪਵੇ। ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਅਤੇ ਕਦੇ ਵੀ ਕੋਈ ਐਸਾ ਕੰਮ ਨਾ ਕਰੀਏ, ਕੁਝ ਵੀ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਦੂਰ ਦ੍ਰਿਸ਼ਟੀ ਦੇ ਨਾਲ ਕੋਈ ਫੈਸਲਾ ਕਰੀਏ ਅਤੇ ਆਪਣੇ ਜੀਵਨ ਦੇ ਵਿੱਚ ਕੁਝ ਲਾਹਾ ਖੱਟ ਕੇ ਜਾਈਏ। ਅੱਜ ਸਤਿਗੁਰੂ ਨੇ ਜੋ ਵਿਸ਼ਾ ਲਿਆ ਹੈ, ਸਬਜੈਕਟ ਲਿਆ ਹੈ, ਇਸ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ 5 ਸ਼ਲੋਕ ਨੇ ਅਤੇ ਇਹਨਾਂ ਸ਼ਲੋਕਾਂ ਦੇ ਵਿੱਚ ਅੱਜ ਸਤਿਗੁਰਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਕਿ ਕਿਸੇ ਦੀ ਸੇਵਾ ਕਰਦੇ ਨੇ। ਇਹ ਸੇਵਾ ਹੁਣ ਭਾਵੇਂ ਨੌਕਰੀ ਦੇ ਰੂਪ ਵਿੱਚ ਹੋਵੇ ਅਤੇ ਭਾਵੇਂ ਬਿਨਾਂ ਕਿਸੇ ਇਵਜ਼ਾਨੇ ਦੇ ਸੇਵਾ ਹੋਵੇ। ਸੇਵਕ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ, ਇਹ ਉਪਦੇਸ਼ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਕਹਿੰਦੇ ਇਹੋ ਜਿਹਾ ਚਾਕਰ ਦਾ ਆਖਰੀ ਅਰਥ ਹੈ ਨੌਕਰ ਜਾਂ ਸੇਵਕ। ਇਹੋ ਜਿਹਾ ਕੋਈ ਨੌਕਰ ਜਿਹੜਾ ਹਉਮੈ ਦੇ ਵਿੱਚ ਰਵੇ, ਘਮੰਡ ਦੇ ਵਿੱਚ ਰਵੇ, ਆਪਣੇ ਮਾਲਿਕ ਦੇ ਨਾਲ ਗੱਲ ਵੀ ਸਹੀ ਤਰੀਕੇ ਦੇ ਨਾਲ ਨਾ ਕਰੇ, ਉਸ ਦੇ ਨਾਲ ਵਾਦ ਵਿਵਾਦ ਵੀ ਕਰੇ ਅਤੇ ਕਨੇਰੀਆਂ ਗੱਲਾਂ, ਫਾਲਤੂ ਦੀਆਂ ਗੱਲਾਂ ਕਰੇ। ਮਹਾਰਾਜ ਕਹਿੰਦੇ ਨੇ ਇਹੋ ਜਿਹਾ ਜਿਹੜਾ ਨੌਕਰ ਹੈ, ਸੇਵਕ ਹੈ, ਖਸਮ ਨਾ ਪਾਏ ਸਾਧ। ਸਾਧ ਦਾ ਇੱਥੇ ਅਰਥ ਹੈ ਪ੍ਰਸੰਨਤਾ। ਉਹ ਕਦੇ ਵੀ ਆਪਣੇ ਮਾਲਿਕ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ। ਕਦੇ ਵੀ ਇਹੋ ਜਿਹਾ ਨੌਕਰ ਜਿਹੜਾ ਹੈ, ਸੇਵਕ ਜਿਹੜਾ ਹੈ, ਆਪਣੇ ਮਾਲਕ ਨੂੰ ਖੁਸ਼ ਨਹੀਂ ਕਰ ਸਕਦਾ ਅਤੇ ਜੋ ਕੁਝ ਉਸ ਨੂੰ ਮਿਲਣਾ ਸੀ ਉਹ ਨਹੀਂ ਮਿਲਦਾ। ਅਸਲ ਦੇ ਵਿੱਚ ਮਹਾਰਾਜ ਕਹਿੰਦੇ ਨੇ ਸੇਵਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਸ ਤਰੀਕੇ ਦੇ ਨਾਲ ਚਾਕਰੀ ਕਰਨੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਮਨ ਦੇ ਵਿੱਚੋਂ ਆਪਾ ਭਾਵ ਮਿਟਾ ਦੇਣਾ, ਹੰਕਾਰ ਨੂੰ ਮਿਟਾ ਦੇਣਾ, ਆਪਣੇ ਆਪ ਨੂੰ ਮਿਟਾ ਕੇ ਸਮਰਪਣ ਭਾਵ ਦੇ ਨਾਲ ਸੇਵਾ ਕਰਨੀ, ਤਾਂ ਹੀ ਮਨੁੱਖ ਨੂੰ ਕੁਝ ਇੱਜ਼ਤ ਮਾਨ ਪ੍ਰਾਪਤ ਹੋ ਸਕਦਾ ਹੈ, ਤਾਂ ਹੀ ਉਸ ਨੂੰ ਆਪਣੇ ਮਾਲਕ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਸਾਨੂੰ ਬੜੇ ਉਪਦੇਸ਼ ਦਿੱਤੇ ਨੇ। ਹਰ ਚੀਜ਼ ਦੇ ਉੱਤੇ, ਹਰ ਵਿਸ਼ੇ ਦੇ ਉੱਤੇ ਮਹਾਰਾਜ ਨੇ ਗੁਰਬਾਣੀ ਵਿੱਚ ਸਾਡੀ ਰਹਿਨੁਮਾਈ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਕਿਵੇਂ ਖੇਤੀ ਕਰਨੀ ਚਾਹੀਦੀ ਹੈ, ਕਿਵੇਂ ਵਪਾਰ ਕਰਨਾ ਚਾਹੀਦਾ ਹੈ, ਕਿਵੇਂ ਦੁਕਾਨਦਾਰੀ ਕਰਨੀ ਚਾਹੀਦੀ ਹੈ ਅਤੇ ਕਿਵੇਂ ਨੌਕਰੀ ਕਰਨੀ ਚਾਹੀਦੀ, ਇਸ ਦੇ ਬਾਬਤ ਵੀ ਮਹਾਰਾਜ ਨੇ ਸਾਨੂੰ ਦੱਸਿਆ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ, ਰਗ ਗਰੀਬੀ ਵੇਸ, ਹਾਨ ਹਟ ਕਰ ਆਰਜਾ ਸਤਨਾਮ ਕਰਵਤ,
ਅਤੇ ਸੁਣ ਸਾਧ ਸੌਦਾਗਰੀ ਸੱਤ ਘੋੜੇ ਲੈ ਚੱਲ ਜਿਹੜੇ ਵਪਾਰ ਕਰਦੇ ਨੇ ਉਹਨਾਂ ਵਾਸਤੇ। ਅਤੇ ਅਖੀਰ ਵਿੱਚ ਮਹਾਰਾਜ ਨੇ ਬਖਸ਼ਿਸ਼ ਕਰਕੇ ਕੀਤਾ ਹੈ, ਲਾਏ ਚਿਤ ਕਰ ਚਾਕਰੀ ਮਨ ਨਾਮ ਕਰਵਤ। ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਚਿੱਤ ਲਾ ਕੇ ਮਨ ਲਾ ਕੇ ਚਾਕਰੀ ਕਰਦਾ ਹੈ, ਸੇਵਾ ਕਰਦਾ ਹੈ, ਅਤੇ ਫਿਰ ਨਾਲ ਹੋਰ ਕੀ ਕਰਦਾ ਹੈ, ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੇ ਤਨ। ਮਨ ਦੇ ਵਿੱਚ ਬੁਰਾਈਆਂ ਦੇ ਉੱਤੇ ਇੱਕ ਬੰਨ ਲਾ ਦਿੰਦਾ ਹੈ, ਬੁਰਾਈਆਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਅਤੇ ਮਹਾਰਾਜ ਕਹਿੰਦੇ ਨੇ ਫਿਰ ਇਹੋ ਜਿਹੇ ਮਨੁੱਖ ਨੂੰ ਹੀ ਧਨ ਆਖਿਆ ਜਾ ਸਕਦਾ ਹੈ। ਹੁਣ ਜਿਹੜੀ ਸੇਵਾ ਹੈ, ਚਲੋ ਇੱਕ ਸੇਵਾ ਹੋ ਗਈ, ਸੇਵਾ ਦੇ ਬਦਲੇ ਸਾਨੂੰ ਕੁਝ ਮਿਲੇ। ਨੌਕਰੀ ਮਨੁੱਖ ਕਰਦਾ ਹੈ, ਤਨਖਾਹ ਉਸ ਨੂੰ ਮਿਲਦੀ ਹੈ, ਤਨਖਾਹ ਦੇ ਆਸ ਦੇ ਵਿੱਚ ਉਹ ਨੌਕਰੀ ਕਰਦਾ ਹੈ। ਪਰ ਫਿਰ ਵੀ ਜਿਹੜਾ ਕੰਮ ਹੈ ਉਸ ਨੂੰ ਸੇਵਾ ਸਮਝ ਕੇ ਹੀ ਚਿੱਤ ਲਾ ਕੇ ਕਰਨਾ ਚਾਹੀਦਾ ਹੈ। ਪਰ ਜਿਹੜੀ ਦੂਜੀ ਸੇਵਾ ਹੈ ਜਿਸ ਦੇ ਇਵਜ਼ ਦੇ ਵਿੱਚ ਅਸੀਂ ਧਨ ਨਹੀਂ ਮੰਗਦੇ, ਅਸੀਂ ਹੋਰ ਕੁਝ ਮੰਗ ਲੈਂਦੇ ਹਾਂ। ਗੁਰਦੁਆਰਿਆਂ ਦੇ ਵਿੱਚ ਸੇਵਾ ਕਰਨੀ, ਧਰਮ ਸਥਾਨਾਂ 'ਤੇ ਸੇਵਾ ਕਰਨੀ, ਮਨ ਦੇ ਵਿੱਚ ਕੋਈ ਭਾਵਨਾ ਨਾਲ ਸੇਵਾ ਕਰਨੀ, ਉਹ ਸੇਵਾ ਵੀ ਜਿਹੜੀ ਹੈ ਪ੍ਰਵਾਨ ਨਹੀਂ। ਮਹਾਰਾਜ ਕਹਿੰਦੇ ਨੇ ਇਹ ਗੱਲ ਤਾਂ ਠੀਕ ਹੈ, ਸੇਵਾ ਚਿੱਤ ਲਾ ਕੇ ਕਰਨੀ ਚਾਹੀਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਨਾਮ ਪਦਾਰਥ ਪਾਈਏ ਅਚਿੰਤ ਵਸੈ ਮਨ ਆਏ। ਇਹ ਜਿਹੜੀ ਤੁਕ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋ ਜਗ੍ਹਾ ਇਹ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਇੱਕ ਥਾਂ 'ਤੇ ਮਹਾਰਾਜ ਕਹਿੰਦੇ ਨੇ ਚਿੱਤ ਲਾ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਹੀ ਸੇਵਾ ਸਫਲ ਹੈ, ਅਤੇ ਐਸੀ ਸੇਵਾ ਦੇ ਨਾਲ ਨਾਮ ਰੂਪੀ ਪਦਾਰਥ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਅਤੇ ਅਚਿੰਤ ਹੀ ਅਚਨਚੇਤ ਹੀ ਉਹ ਅਕਾਲ ਪੁਰਖ ਉਸ ਦਾ ਨਾਮ ਜਿਹੜਾ ਹੈ ਮਨ ਦੇ ਵਿੱਚ ਵਸ ਜਾਂਦਾ ਹੈ। ਦੂਜੀ ਜਗ੍ਹਾ ਮਹਾਰਾਜ ਨੇ ਕਿਹਾ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਤੁਸੀਂ ਮਨ ਦੇ ਵਿੱਚ ਕੋਈ ਆਸ ਰੱਖਦੇ ਹੋ, ਠੀਕ ਹੈ ਆਸ ਤੁਹਾਡੀ ਪੂਰਨ ਹੋ ਜਾਏਗੀ, ਹਉਮੈ ਵੀ ਚੱਲੀ ਜਾਏਗੀ। ਪਰ ਨਾਲ ਨਾਲ ਮਹਾਰਾਜ ਨੇ ਇੱਕ ਗੱਲ ਹੋਰ ਕਹੀ ਹੈ, ਜੇ ਉਸ ਅਕਾਲ ਪੁਰਖ ਨੂੰ ਪਾਉਣ ਦੀ ਇੱਛਾ ਹੈ, ਜੇ ਉਸ ਨੂੰ ਮਿਲਣ ਦੀ ਇੱਛਾ ਹੈ, ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਫਿਰ ਨਿਸ਼ਕਾਮ ਹੋ ਕੇ ਸੇਵਾ ਕਰਨੀ ਚਾਹੀਦੀ ਹੈ, ਮਨ ਦੇ ਵਿੱਚ ਕੋਈ ਕਾਮਨਾ ਨਾ ਹੋਵੇ, ਬਦਲੇ ਵਿੱਚ ਕੁਝ ਲੈਣ ਦੀ ਇੱਛਾ ਨਾ ਹੋਵੇ, ਉਹ ਸੇਵਾ ਜਿਹੜੀ ਹੈ ਪ੍ਰਵਾਨ ਹੈ। ਅਤੇ ਉਸ ਸੇਵਾ ਨੂੰ ਫਿਰ ਗੁਰੂ ਮੰਨ ਵੀ ਲੈਂਦਾ ਹੈ। ਸਾ ਸੇਵਾ ਕੀਤੀ ਸਫਲ ਹੈ ਜਿਸ ਸਤਿਗੁਰ ਕਾ ਮਨ ਮੰਨੇ। ਮਹਾਰਾਜ ਕਹਿੰਦੇ ਨੇ ਉਹੀ ਸੇਵਾ ਸਫਲ ਹੈ ਜਿਸ ਨੂੰ ਸਤਿਗੁਰੂ ਪ੍ਰਵਾਨ ਕਰ ਲੈਂਦੇ ਨੇ। ਕਿਉਂਕਿ ਜਦੋਂ ਸਤਿਗੁਰ ਦਾ ਮਨ ਮੰਨ ਗਿਆ ਕਿ ਹਾਂ ਇਹਦੀ ਸੇਵਾ ਪ੍ਰਵਾਨ ਹੈ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਫਿਰ ਸਾਡੇ ਜਿਤਨੇ ਵੀ ਪਾਪ ਕਰਮ ਨੇ, ਜਿਤਨੇ ਵੀ ਸਾਡੇ ਦੋਖ ਨੇ, ਉਹ ਸਾਰੇ ਨਸ਼ਟ ਹੋ ਜਾਂਦੇ ਨੇ, ਉਹਨਾਂ ਦਾ ਖਾਤਮਾ ਹੋ ਜਾਂਦਾ ਹੈ। ਬਾਬਾ ਫਰੀਦ ਜੀ ਨੇ ਵੀ ਕਿਹਾ ਹੈ ਕਿਵੇਂ ਚਾਕਰੀ ਕਰਨੀ ਚਾਹੀਦੀ ਹੈ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਪ੍ਰਾਂਦ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਨ। ਬਾਬਾ ਫਰੀਦ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਸਾਹਿਬ ਦੀ ਆਪਣੇ ਮਾਲਕ ਦੀ ਚਾਕਰੀ ਕਰਨੀ ਚਾਹੀਦੀ ਹੈ ਜਿਵੇਂ ਕਿ ਰੁੱਖ ਜਿਹੜੇ ਨੇ ਚੁੱਪ ਕਰਕੇ ਖੜੇ ਨੇ ਇੱਕ ਥਾਂ 'ਤੇ, ਲੋਕਾਂ ਨੂੰ ਛਾਂ ਦੇ ਰਹੇ ਨੇ, ਫਲ ਦੇ ਰਹੇ ਨੇ, ਕਿਤਨੀ ਵੱਡੀ ਸੇਵਾ ਕਰ ਰਹੇ ਨੇ ਰੁੱਖ, ਪਰ ਕਦੇ ਵੀ ਆਪਣੇ ਆਪ ਨੂੰ ਜਤਾਉਂਦੇ ਨਹੀਂ, ਇੱਕ ਜਗ੍ਹਾ ਸਥਿਰ ਨੇ ਉਹਨਾਂ ਦਾ। ਇਸ ਤਰ੍ਹਾਂ ਦੇ ਨਾਲ ਜਿਵੇਂ ਕਿ ਕੋਈ ਮਨੁੱਖ ਆਪਣੇ ਮਨ ਨੂੰ ਸਥਿਰ ਕਰ ਲਵੇ, ਆਪਣੇ ਮਨ ਨੂੰ ਟਿਕਾ ਲਵੇ, ਮਨ ਦੇ ਵਿੱਚੋਂ ਸਾਰੇ ਭਾਵ ਕੱਢ ਕੇ ਤੇ ਫਿਰ ਸੇਵਾ ਕਰੇ। ਬਾਬਾ ਜੀ ਤੇ ਇਹ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਇੱਕ ਤਰੀਕੇ ਦੇ ਨਾਲ ਜਦੋਂ ਤੁਸੀਂ ਕਿਸੇ ਨੂੰ ਆਪਣਾ ਬਣਾਉਣਾ ਚਾਹੁੰਦੇ ਹੋ ਤੇ ਆਪਣੇ ਆਪ ਨੂੰ ਉਸ ਨੂੰ ਵੇਚ ਦਿਓ। ਮਹਾਰਾਜ ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਠ ਵਿਕਾਣਾ, ਜੋ ਲਾਇਆ ਤਿਤ ਲਾਗਾ, ਜਿਤ ਲਾਇਆ ਤਿਤ ਲਾਗਾ। ਮਹਾਰਾਜ ਕਹਿੰਦੇ ਨੇ ਮੈਨੂੰ ਤੇ ਉਸ ਅਕਾਲ ਪੁਰਖ ਨੇ ਖਰੀਦ ਲਿਆ, ਮੈਂ ਆਪਣੇ ਆਪ ਨੂੰ ਉਸ ਦੀ ਹੱਟੀ 'ਤੇ ਵੇਚ ਦਿੱਤਾ, ਹੁਣ ਮੈਂ ਉਸ ਦਾ ਖਰੀਦਿਆ ਹੋਇਆ ਗੁਲਾਮ ਬਣ ਗਿਆ। ਅਤੇ ਹੁਣ ਜੋ ਕੁਝ ਵੀ ਗੁਰੂ ਬਚਨ ਕਰਦਾ ਹੈ
ਜੋ ਕੁਝ ਵੀ ਉਹ ਉਪਦੇਸ਼ ਕਰਦਾ ਹੈ, ਜਿੱਥੇ ਕਿਧਰੇ ਵੀ ਮੈਨੂੰ ਕੰਮ ਤੇ ਲਾਉਂਦਾ ਹੈ, ਮੈਂ ਉਸ ਕੰਮ ਤੇ ਲੱਗ ਜਾਣਾ ਹਾਂ। ਮੇਰੀ ਮਰਜ਼ੀ ਕਿਧਰੇ ਵੀ ਨਹੀਂ ਹੈ। ਹੁੰਦਾ ਵੀ ਇਹੀ ਹੈ, ਜਿਹੜਾ ਆਪਣੇ ਆਪ ਨੂੰ ਵੇਚ ਦੇਵੇ, ਆਪਣੇ ਆਪ ਨੂੰ ਸਮਰਪਿਤ ਕਰ ਦੇਵੇ, ਉਸ ਦੀ ਫਿਰ ਕੋਈ ਆਪਣੀ ਮਰਜ਼ੀ ਨਹੀਂ ਰਹਿ ਜਾਂਦੀ। ਭਾਵ ਕੀ ਹੈ? ਗੁਰਬਾਣੀ ਸਾਨੂੰ ਕੀ ਉਪਦੇਸ਼ ਦੇ ਰਹੀ ਹੈ? ਸਤਿਗੁਰ ਸਾਨੂੰ ਕੀ ਦੱਸ ਰਹੇ ਨੇ? ਅਸੀਂ ਸਤਿਗੁਰ ਨੂੰ ਮੱਥਾ ਟੇਕੀਏ, ਸਤਿਗੁਰ ਦੀ ਸੇਵਾ ਕਰੀਏ, ਸਤਿਗੁਰ ਦੀ ਬਾਣੀ ਪੜ੍ਹੀਏ, ਸਮਰਪਣ ਭਾਵ ਦੇ ਵਿੱਚ ਆ ਜਾਈਏ, ਆਪਣੇ ਆਪ ਨੂੰ, ਆਪਣੇ ਮਨ ਨੂੰ ਗੁਰੂ ਨੂੰ ਸਮਰਪਿਤ ਕਰ ਦਈਏ। ਕਹਿ ਦਿੰਦੇ ਹਾਂ ਅਸੀਂ ਸਾਡਾ ਕੁਛ ਨਹੀਂ, ਮੇਰਾ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਪਰ ਇਹ ਗੱਲ ਮਨ ਨੂੰ ਮਨਾਉਣੀ ਬੜੀ ਔਖੀ ਹੈ। ਜੇ ਮਨ ਨੂੰ ਗੁਰੂ ਨੂੰ ਅਰਪਣ ਕਰ ਦਿੱਤਾ, ਫਿਰ ਉੱਥੇ ਸਾਡੀ ਮਤ ਜਿਹੜੀ ਹੈ, ਬੁੱਧ ਜਿਹੜੀ ਹੈ, ਉਸ 'ਤੇ ਆਪਣਾ ਹੁਕਮ ਨਹੀਂ ਚਲਾਏਗੀ। ਫਿਰ ਅਸੀਂ ਸੇਵਾ ਵੀ ਕਰਾਂਗੇ ਤਾਂ ਸਾਡੇ ਮਨ ਦੇ ਵਿੱਚ ਕੋਈ ਫੁਰਨੇ ਨਹੀਂ ਉੱਠਣਗੇ। ਫਿਰ ਅਸੀਂ ਗੁਰੂ ਦੀ ਬਾਣੀ ਸੁਣਾਂਗੇ, ਗੁਰੂ ਦਾ ਉਪਦੇਸ਼ ਜਿਹੜਾ ਹੈ ਉਸ ਨੂੰ ਸਤ ਕਰਕੇ ਮੰਨਾਂਗੇ। ਉਸ ਦੇ ਵਾਸਤੇ ਸਾਡੇ ਮਨ ਦੇ ਵਿੱਚ ਕੋਈ ਨਾ ਨੁੱਕਰ ਨਹੀਂ ਹੋਏਗੀ, ਕੋਈ ਸਵਾਲ ਜਵਾਬ ਨਹੀਂ ਹੋਏਗਾ। ਪਿੱਛੇ ਆਪਾਂ ਵਿਚਾਰ ਕਰ ਆਏ ਹਾਂ, ਜਿਹੜਾ ਸਵਾਲ ਜਵਾਬ ਕਰਦਾ ਹੈ ਉਹ ਸੇਵਕ 'ਤੇ ਪ੍ਰਵਾਨ ਹੀ ਨਹੀਂ। ਸਵਾਲ ਮਹਾਰਾਜ ਕਹਿੰਦੇ ਨੇ, ਜਿਹੜਾ ਉਸ ਅਕਾਲ ਪੁਰਖ ਦਾ ਹੁਕਮ ਨਹੀਂ ਮੰਨਦਾ, ਪਾਣਾ ਨਹੀਂ ਮੰਨਦਾ, ਸਦਾ ਦੁਖੀ ਰਹਿੰਦਾ ਹੈ। ਅਤੇ ਜਿਹੜਾ ਗੁਰੂ ਦਾ ਹੁਕਮ ਪਾਣਾ ਨਹੀਂ ਮੰਨਦਾ, ਉਹ ਕਦੇ ਵੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਆ ਨਹੀਂ ਸਕਦਾ। ਸਲਾਮ ਜਵਾਬ ਦੋਵੇਂ ਕਰੇ, ਮੁੰਦੋ ਗੁੱਤਾ ਜਾਏ। ਸੋ ਜੋ ਆਪਣੇ ਆਪ ਨੂੰ ਸਮਰਪਣ ਕਰਨਾ ਹੈ, ਆਪਣੀ ਮਤ ਨੂੰ, ਆਪਣੇ ਮਨ ਨੂੰ ਜਦੋਂ ਮਨੁੱਖ ਸਮਰਪਿਤ ਕਰਕੇ ਗੁਰੂ ਦੀ ਬਾਣੀ ਪੜ੍ਹਦਾ ਹੈ, ਗੁਰੂ ਦਾ ਉਪਦੇਸ਼ ਸੁਣਦਾ ਹੈ, ਗੁਰੂ ਦੀ ਸੇਵਾ ਕਰਦਾ ਹੈ, ਉਹੀ ਫਿਰ ਪ੍ਰਵਾਨ ਹੈ। ਸਤਿਗੁਰ ਅੱਗੇ ਬਖਸ਼ਿਸ਼ ਕਰ ਰਹੇ ਨੇ, ਨਾਨਕ ਜਿਸਨੋ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਮਨੁੱਖ ਜਿਸ ਦੀ ਸੇਵਾ ਵਿੱਚ ਲੱਗਾ ਹੁੰਦਾ ਹੈ, ਉਸ ਨੂੰ ਮਿਲ ਜਾਂਦਾ ਹੈ, ਉਸ ਤੱਕ ਪੁੱਜ ਜਾਂਦਾ ਹੈ ਅਤੇ ਫਿਰ ਉੱਥੇ ਪ੍ਰਵਾਨ ਵੀ ਹੋ ਜਾਂਦਾ ਹੈ। ਨਿਸ਼ਕਰਮ ਹੋ ਕੇ ਸੇਵਾ ਕਰਨੀ, ਨਿਸ਼ਕਰਮ ਹੋ ਕੇ ਸਿਮਰਨ ਕਰਨਾ, ਜਦੋਂ ਮਨੁੱਖ ਇਸ ਅਵਸਥਾ 'ਤੇ ਪੁੱਜਦਾ ਹੈ, ਉਸ ਵੇਲੇ ਉਸ ਦਾ ਸਿਮਰਨ ਵੀ ਪ੍ਰਵਾਨ ਹੈ, ਉਸ ਵੇਲੇ ਉਸ ਦੀ ਸੇਵਾ ਵੀ ਪ੍ਰਵਾਨ ਹੈ। ਅਤੇ ਜਦੋਂ ਮਨੁੱਖ ਪ੍ਰਵਾਨ ਹੋ ਜਾਂਦਾ ਹੈ, ਉਸ ਅਕਾਲ ਪੁਰਖ ਨਾਲ ਅਭੇਦ ਹੋ ਜਾਂਦਾ ਹੈ। ਦੂਜੇ ਸ਼ਲੋਕ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕੇ ਆਵਾਓ। ਕਹਿੰਦੇ ਨੇ ਜਿਹੜੇ ਲੋਕ ਮਨ ਦੇ ਅੰਦਰ ਕੁਝ ਹੋਰ ਰੱਖਦੇ ਨੇ, ਮੂੰਹ ਤੋਂ ਕੁਝ ਹੋਰ ਆਖਦੇ ਨੇ, ਮਨ ਦੇ ਅੰਦਰ ਤੇ ਉਹਨਾਂ ਦੇ ਵਿਸ਼ ਹੈ, ਪਰ ਬਾਹਰੋਂ ਮਿੱਠੀਆਂ ਮਿੱਠੀਆਂ ਗੱਲਾਂ ਬੋਲਦੇ ਨੇ। ਪਰ ਮਹਾਰਾਜ ਕਹਿੰਦੇ ਨੇ ਕਦੇ ਨਾ ਕਦੇ ਇਹ ਚੀਜ਼ ਜਿਹੜੀ ਹੈ ਬਾਹਰ ਆ ਹੀ ਜਾਂਦੀ ਹੈ। ਜੋ ਜੀ ਹੋਏ ਸੋ ਉਗਵੇ, ਜੋ ਜੀ ਦੇ ਵਿੱਚ ਹੈ, ਅੰਦਰ ਹੈ, ਉਹ ਕਿਸੇ ਨਾ ਕਿਸੇ ਲਈ ਉਗਵੇ ਬਾਹਰ ਆ ਜਾਂਦੀ ਹੈ ਅਤੇ ਮਨੁੱਖ ਦਾ ਜਿਹੜਾ ਪਾਜ ਹੈ ਉਹ ਖੁੱਲ੍ਹ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਪਰ ਇਹ ਦੇਖੋ ਜਿਹੋ ਜਿਹੇ ਲੋਕ ਜਿਹੜੇ ਨੇ ਕੀ ਕਰਦੇ ਨੇ, ਬੀਜੈ ਭਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਕਰਮ ਤੇ ਕਰਦੇ ਨੇ ਮਾੜੇ, ਬੀਜਦੇ ਨੇ ਜ਼ਹਿਰ ਦੇ, ਭਿਖ ਦੇ, ਅਤੇ ਚਾਹਨਾ ਰੱਖਦੇ ਨੇ ਅੰਮ੍ਰਿਤ ਦੀ, ਸੋਚਦੇ ਨੇ ਮੈਨੂੰ ਅੰਮ੍ਰਿਤ ਮਿਲ ਜਾਏ। ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਹੈ, ਫਰੀਦਾ ਲੋੜੈ ਦਾਖ ਬਿਜੋਰੀਆਂ, ਕੀਕਰ ਬੀਜੈ ਜੱਟ, ਹੰਡੈ ਊਣ ਕਤਾਇੰਦਾ, ਪੈਂਦਾ ਲੋੜੈ ਪੱਟ। ਕਹਿੰਦੇ ਨੇ ਜੇ ਕਿਸਾਨ ਕੀਕਰ ਦੇ ਬੀਜ ਬੋਏਗਾ, ਕੀਕਰ ਹੀ ਉਗਣਗੇ, ਉਹਨਾਂ ਤੋਂ ਉਹ ਕਦੇ ਬਿਜੌਰ ਦੀਆਂ ਦਾਖਾਂ, ਬਿਜੌਰ ਦੇ ਅੰਗੂਰ ਤਾਂ ਪ੍ਰਾਪਤ ਕਰ ਨਹੀਂ ਸਕਦਾ। ਕਹਿੰਦੇ ਥਾਂ ਥਾਂ ਤੂੰ ਉੱਨ ਕਤਾਉਂਦਾ ਫਿਰਦਾ ਹੈ ਵਸਤਰ ਬਣਾਉਣ ਵਾਸਤੇ, ਅਤੇ ਆਸ ਕਰਦਾ ਹੈ ਕਿ ਮੈਨੂੰ ਰੇਸ਼ਮ ਦੇ ਵਸਤਰ ਮਿਲ ਜਾਣ। ਇਸ ਤਰੀਕੇ ਦੇ ਨਾਲ ਕਦੀ ਹੋ ਨਹੀਂ ਸਕਦਾ। ਜਿਨ੍ਹਾਂ ਦੇ ਮਨ ਦੇ ਅੰਦਰ ਜ਼ਹਿਰ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਕੁੜੱਤਨ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਕਦੇ ਵੀ ਉਸ ਦੇ ਬਦਲੇ ਅੰਮ੍ਰਿਤ ਪ੍ਰਾਪਤ ਨਹੀਂ ਹੋ ਸਕਦਾ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕੇ ਆਵਾਓ, ਬੀਜੈ ਭਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਮਹਾਰਾਜ ਕਹਿੰਦੇ ਨੇ ਕਿਹੋ ਜਿਹਾ ਨਿਆਂ ਹੈ ਇਹ। ਇਸ ਤਰ੍ਹਾਂ ਦਾ ਨਿਆਂ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਤੁਸੀਂ ਅੰਮ੍ਰਿਤ ਬੀਜ ਕੇ ਅਤੇ ਭਿਖ ਬੀਜ ਕੇ, ਜ਼ਹਿਰ ਬੀਜ ਕੇ ਅੰਮ੍ਰਿਤ ਪ੍ਰਾਪਤ ਕਰੋ। ਅੱਗੇ ਸਤਿਗੁਰ ਬਖਸ਼ਿਸ਼ ਕਰ ਰਹੇ ਨੇ,
नाल इयाणे दोस्ती कदे न आवे रास, जेहा जाने तेहो वरतै वेखो को निर्जास। इत्थे महाराज ने होर सानू उपदेश दिता है एक किन्हां नाल संबंध बनाने चाहिए ने, किहड़े लोग ने जिहड़े सानू की चंगी मत दे सकते ने, जिहड़े साडे जीवन दे विच धर्म दे मार्ग ते सहायक हो सकते ने। महाराज कहंदे ने एक ते हुंदे ने इयाणे नादान, जां इउं कह लो अज्ञानी। जे किसी अज्ञानी मनुख दे नाल दोस्ती पाओगे, उस दे नाल मित्रता करोगे, महाराज कहते हैं कदे भी वो रास नहीं आएगी, कदे भी तुसी उस तो कुछ प्राप्त नहीं कर सकते, क्योंकि उसने तो जिहा जाना है तो वो वर्त, जितनी को उसकी मत है उस दे अनुसार ही उसने कर्म करना है। भावें इस गल नूं महाराज कहते हैं वेखो को निर्जास, कोई अजमा के इस गल नूं भावें देख लवे, उसका नतीजा यही निकलता है। क्योंकि महाराज कहते हैं जेड़े मनुख नूं ज्ञान ही नहीं कि ठीक है कि गलत है, वो कदे भी कोई ठीक निर्णय कर नहीं सकता। पर महाराज इहो जिहे मनुख जेड़े ने ज्ञानी किवें बन सकते हैं? महाराज कहते हैं हो सकता है वस्तु अंदर वस्त समावै दूजी होए पास। कहते हैं उन्हें एक भांडे दे विच कोई चीज़ पई हुई है, भरिया होया है भांडा, असी उस दे भी कुछ होर पाना चाहते हाँ, तो पहला जिहड़ी वस्तु उस विच पई है उसनूं बाहर कढ़ना पेगा, भांडे नूं खाली करना पेगा, तां ही दूजी वस्तु उस विच पाई जा सकती है। जे असी परमार्थ का ज्ञान लेना है, धर्म का ज्ञान लेना है, तो जिहड़ा पहला साडे कोल साडे मन दे विच इहो जिहा संसारी ज्ञान जिहड़ा कि साडे मन नूं मैला कर रहा है, साडी सोच नूं मैला कर रहा है, इस नूं बाहर कढ़ना पेगा, इस तो दूर होना पेगा। इस तो दूर किवें होया जा सकता है? पहला सानू ये समझ होनी चाहिए है किहड़ी चीज़ ठीक है, किहड़ी चीज़ गलत है, किहड़ा ज्ञान साडे वास्ते ठीक है, किहड़ा ज्ञान साडे वास्ते गलत है। जदों सानू इस गल की समझ हो गई, इस संसार विच रहिंदिआं असी अपने आप फिर इन्हां चीज़ां तो बचांगे। अते जदों असी गुरु शब्द नाल जोड़ांगे, गुरु शब्द नाल जुड़ के साडा मन निर्मल होना आरंभ हो जाता है, साडे मन दे विचों हौमे निकलनी आरंभ हो जाती है, विकार जाने बाहर हो जाते हैं। अते जदों साडा मन इन्हां विकारां तो मुक्त हुंदा है तो साडे नाम दे विच मन वस जाता है, साडे मन दे विच नाम वस जाता है। क्योंकि महाराज ने कह दिता कि जे विकार ने तो नाम नहीं वस सकता, हौमै नावै नाल विरोध है, दोई ना बसै एक थाएं। इस करके महाराज उपदेश कर रहे हैं, पहला मन नूं पवित्र करन दा यतन करो, बाणी पढ़ के, कीर्तन सुन के, कथा सुन के, सिमरन करके, तां ही नाम मन दे विच वसेगा। साहिब सेती हुक्म न चलै, कही बने अरदास। पर यह गल तां ही हो सकती है जे असी इस गज नूं समझ लीए कि गुरु के चरणों दे विच अरदास करांगे तां ही सानू कुछ प्राप्त हो सकता है। जे मन दे विच हंकार है, जे असी चाहिए साडे हुक्म दे नाल, साडे कहण दे नाल ही गुरु मन जाए, सारा कुछ सानू प्राप्त हो जाए, महाराज कहते हैं उत्थे हुक्म नहीं चलता, उत्थे ते अरदास ही चलती है। अते जिहड़ा मनुख अरदास करता है मन करके, अपने आप को समर्पित करके, उसकी अरदास जिहड़ी है वो प्रवान भी हो जाती है। मनुख जिहड़ा है यानेपन दे काम ते बहुत करता है, जिहड़ा असी अपने आप को हमेशा वास्ते स्थाई समझते हाँ, हमेशा इस संसार विच रहना है, कदे सोचण नूं तैयार ही नहीं असी। उस समय भी आएगा जदों संसार छड्ड के जाना है। तो महाराज कहते हैं कि ये जिहड़ी गल है याणियां वाली ही गल है। काया कागद मन परवाना, सिर के लेख ना पढ़े जाना। जो साडे दे मत्थे दे लेख लिखे हुए ने, जो साडा समा नियत लिखिया है, वो असी कदे समझते ही नहीं। महाराज कहते हैं असी अपने गुरु के चरणों में अरदास करनी है, उस अकाल पुरख के चरणों च अरदास करनी है। अते अरदास किवें करनी है? महाराज कहते हैं जिस नाल जोर ना चले खले कीचे अरदास, नानक गुरमुख नाम मन वसै तां सुन करे शाबाश। जदों असी
ਆਪਣੇ ਅਕਾਲ ਪੁਰਖ ਦੇ, ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਆਪਣੇ ਆਪ ਨੂੰ ਤਿਆਗ ਕੇ ਅਰਦਾਸ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਨੇ ਕਿ ਇਹੋ ਜਿਹਾ ਮਨੁੱਖ ਜਿਹੜਾ ਹੈ ਫਿਰ ਗੁਰਮੁਖ ਹੋ ਜਾਂਦਾ ਹੈ ਅਤੇ ਸਤਿਗੁਰੂ ਉਸ ਦੀ ਅਰਦਾਸ ਨੂੰ ਸੁਣ ਕੇ ਫਿਰ ਉਸ ਨੂੰ ਸ਼ਾਬਾਸ਼ੀ ਵੀ ਦਿੰਦੇ ਨੇ, ਧੰਨ ਵੀ ਆਖਦੇ ਨੇ। ਅੱਗੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕੂੜ ਕਮਾਣੋ ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਪਰ ਜੇ ਅਸੀਂ ਸਾਰੀ ਉਮਰ ਝੂਠ ਹੀ ਕਮਾਣਾ ਹੈ, ਮਨ ਦੇ ਵਿੱਚ ਫਰੇਬ ਹੀ ਰੱਖਣਾ ਹੈ, ਫਿਰ ਮਹਾਰਾਜ ਕਹਿੰਦੇ ਨੇ ਕੂੜ ਹੀ ਹੋਏਗਾ ਉਸ ਦੇ ਨਾਲ। ਝੂਠ ਹੀ ਸਾਡੇ ਪੱਲੇ ਪਏਗਾ, ਫਰੇਬ ਹੀ ਸਾਡੇ ਪੱਲੇ ਪਏਗਾ। ਕਿਉਂਕਿ ਜਦੋਂ ਤੱਕ ਅਸੀਂ ਉਸ ਅਕਾਲ ਪੁਰਖ ਦੀ ਸਿਫਤ ਵਿੱਚ ਨਹੀਂ ਜੁੜਦੇ, ਉਸ ਨੂੰ ਆਪਣਾ ਸਮਝ ਕੇ ਉਸ ਦੇ ਗੁਣ ਨਹੀਂ ਗਾਇਨ ਕਰਦੇ, ਕੂੜ ਤੋਂ ਦੂਰ ਨਹੀਂ ਹੁੰਦੇ, ਸੱਚ ਨਾਲ ਨਹੀਂ ਜੁੜਦੇ, ਉਸ ਸਮੇਂ ਤੱਕ ਮਹਾਰਾਜ ਕਹਿੰਦੇ ਨੇ ਇਹ ਵਿਕਾਸ ਜਿਹੜਾ ਹੈ, ਮਨ ਦਾ ਖੇੜਾ ਜਿਹੜਾ ਹੈ, ਸਾਡੇ ਜੀਵਨ ਦੇ ਵਿੱਚ ਆ ਨਹੀਂ ਸਕਦਾ। ਅੱਗੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਨਾਲ ਇਆਣੇ ਦੋਸਤੀ ਵੱਡਾ ਰੂਸਿਓ ਨੇਓ। ਇੱਥੇ ਵੀ ਮਹਾਰਾਜ ਨੇ ਫਿਰ ਉਹੀ ਗੱਲ ਕੀਤੀ ਹੈ ਕਿ ਜੇ ਤੁਸੀਂ ਕਿਸੇ ਇਆਣੇ ਨਾਲ, ਕਿਸੇ ਅਗਿਆਨੀ ਨਾਲ, ਕਿਸੇ ਨਾਦਾਨ ਨਾਲ ਦੋਸਤੀ ਕਰਦੇ ਹੋ, ਜਾਂ ਤੁਸੀਂ ਕਿਸੇ ਵੱਡੇ ਨਾਲ ਦੋਸਤੀ ਕਰਦੇ ਹੋ, ਸੰਬੰਧ ਬਣਾਉਂਦੇ ਹੋ, ਪ੍ਰੇਮ ਕਰਦੇ ਹੋ, ਤੇ ਮਹਾਰਾਜ ਕਹਿੰਦੇ ਨੇ ਇੰਝ ਸਮਝ ਲਓ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਉੱਤੇ ਲੀਕ ਖਿੱਚ ਦਿੱਤੀ। ਪਾਣੀ ਦੇ ਉੱਤੇ ਲੀਕ ਖਿੱਚਣ ਦੀ ਕੋਸ਼ਿਸ਼ ਕਰੋ, ਨਾਲ ਦੇ ਨਾਲ ਹੀ ਮਿਟ ਜਾਂਦੀ ਹੈ। ਇਹੋ ਜਿਹਾ ਜਿਹੜਾ ਸੰਬੰਧ ਹੈ, ਇਹੋ ਜਿਹੜੀ ਦੋਸਤੀ ਹੈ, ਉਹ ਮਹਾਰਾਜ ਕਹਿੰਦੇ ਨੇ ਥਿਰ ਨਹੀਂ ਰਹਿੰਦੀ, ਕੁਝ ਸਮੇਂ ਦੇ ਅੰਦਰ ਹੀ ਮੁੱਕ ਜਾਂਦੀ ਹੈ। ਅੱਗੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹੋਏ ਇਆਣਾ ਕਰੇ ਕੰਮ ਆਨ ਨਾ ਸਕੈ ਰਾਸ। ਕਿਉਂਕਿ ਮਹਾਰਾਜ ਕਹਿੰਦੇ ਨੇ ਜਿਹੜਾ ਇਆਣਾ ਮਨੁੱਖ ਹੈ, ਅਗਿਆਨੀ ਮਨੁੱਖ ਹੈ, ਜੇ ਕੋਈ ਵੀ ਕੰਮ ਕਰੇਗਾ ਉਹਦਾ ਕੰਮ ਜਿਹੜਾ ਹੈ ਪੂਰਾ ਨਹੀਂ ਹੋਏਗਾ, ਠੀਕ ਨਹੀਂ ਹੋਏਗਾ। ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਕਹਿੰਦੇ ਕਿਤੇ ਗਲਤੀ ਦੇ ਨਾਲ ਇੱਕ ਅੱਧ ਕੋਈ ਕੰਮ ਠੀਕ ਹੋ ਵੀ ਗਿਆ, ਦੂਜਾ ਫੇਰ ਗਲਤ ਹੋ ਜਾਏਗਾ, ਕਿਉਂਕਿ ਉਸ ਨੂੰ ਗਿਆਨ ਹੀ ਨਹੀਂ ਮੈਂ ਕੀ ਕਰਨਾ ਹੈ। ਇਹੋ ਜਿਹੇ ਅਗਿਆਨੀ ਲੋਕਾਂ ਤੋਂ ਦੂਰ ਰਹਿਣਾ ਹੈ, ਜਿਹੜੇ ਮਨ ਦੇ ਵਿੱਚ ਹੰਕਾਰ ਰੱਖਦੇ ਨੇ, ਸੰਸਾਰ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਬਹੁਤ ਗਿਆਨੀ ਸਮਝਦੇ ਨੇ। ਅਤੇ ਜੇ ਅਸੀਂ ਇਹੋ ਜਿਹੇ ਲੋਕਾਂ ਦੇ ਮਗਰ ਲੱਗ ਕੇ ਤੁਰਾਂਗੇ, ਉਹਨਾਂ ਨਾਲ ਸੰਬੰਧ ਰੱਖਾਂਗੇ, ਫਿਰ ਸਾਡੇ ਮਨ ਦੇ ਉੱਤੇ ਵੀ ਉਸੇ ਤਰੀਕੇ ਦਾ ਪ੍ਰਭਾਵ ਪਵੇਗਾ, ਚੰਗਾ ਗਿਆਨ ਸਾਨੂੰ ਪ੍ਰਾਪਤ ਨਹੀਂ ਹੋਏਗਾ। ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ। ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਜਿਹੜਾ ਚਾਕਰ ਹੈ, ਨੌਕਰ ਹੈ, ਸੇਵਕ ਹੈ, ਜੇ ਉਹ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਚੱਲ ਕੇ ਉਸ ਦੀ ਗੱਲ ਨੂੰ ਮੰਨ ਕੇ ਆਪਣੇ ਆਪ ਨੂੰ ਸਮਰਪਿਤ ਕਰਕੇ ਉਸ ਦੀ ਸੇਵਾ ਕਰਦਾ ਹੈ, ਹੋਰ ਮਤ ਤਿਸਨੋ ਅਗਲੀ ਉਹ ਵਜੋ ਵੀ ਧੂਣਾ ਖਾਏ। ਮਹਾਰਾਜ ਕਹਿੰਦੇ ਨੇ ਇਹੋ ਜਿਹਾ ਸੇਵਕ ਜਿਹੜਾ ਹੈ ਉਹ ਫਿਰ ਇੱਜ਼ਤ ਪ੍ਰਾਪਤ ਕਰਦਾ ਹੈ। ਹੁਰਮਤ ਕਹਿੰਦੇ ਨੇ ਇੱਜ਼ਤ ਨੂੰ, ਇੱਜ਼ਤ ਪ੍ਰਾਪਤ ਕਰਦਾ ਹੈ। ਅਤੇ ਜੋ ਕੁਝ ਉਸ ਨੂੰ, ਜੇ ਕੋਈ ਤਨਖਾਹ ਦੇ ਲਾਲਚ ਦੇ ਵਿੱਚ ਤਨਖਾਹ ਵਾਸਤੇ ਸੇਵਾ ਕਰ ਰਿਹਾ ਹੈ, ਕਿਸੇ ਧਨ ਦੀ ਪ੍ਰਾਪਤੀ ਵਾਸਤੇ ਸੇਵਾ ਕਰ ਰਿਹਾ ਹੈ, ਤੇ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਲੋਕ ਵੀ ਮਾਲਕ ਨੂੰ ਖੁਸ਼ ਕਰ ਲੈਂਦੇ ਹਨ ਤੇ ਉਹਨਾਂ ਨੂੰ ਧਨ ਦੀ ਪ੍ਰਾਪਤੀ ਵੀ ਜ਼ਿਆਦਾ ਹੁੰਦੀ ਹੈ ਅਤੇ ਉਹਨਾਂ ਦੀ ਇੱਜ਼ਤ ਵੀ ਵੱਧਦੀ ਹੈ। ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਸੇਵਕ ਆਪਣੇ ਮਾਲਕ ਦੀ, ਆਪਣੇ ਖਸਮ ਦੀ ਬਰਾਬਰੀ ਕਰਦਾ ਹੈ, ਉਸ ਦੇ ਅੱਗੇ ਬੋਲਦਾ ਹੈ, ਉਸ ਦਾ ਹੁਕਮ ਨਹੀਂ ਮੰਨਦਾ, ਮਹਾਰਾਜ ਕਹਿੰਦੇ ਨੇ ਫਿਰ ਉਸ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਫਿਰ ਗੈਰਤ ਅੰਦਰ ਪਾਏ, ਉਸ ਨੂੰ ਅੱਗੇ ਜਾ ਕੇ ਸ਼ਰਮਿੰਦਾ ਹੀ ਹੋਣਾ ਪੈਂਦਾ ਹੈ। ਅਤੇ ਵਜੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ। ਕਹਿੰਦੇ ਨੇ ਜੋ ਕੁਝ ਉਸਨੇ ਪ੍ਰਾਪਤ ਕੀਤਾ ਹੈ, ਜੋ ਉਸਨੇ ਤਨਖਾਹ ਪ੍ਰਾਪਤ ਕੀਤੀ ਹੈ, ਧਨ ਪ੍ਰਾਪਤ ਕੀਤਾ ਹੈ, ਕਹਿੰਦੇ ਨੇ ਉਹ ਵੀ ਉਹ ਗਵਾ ਲੈਂਦਾ ਹੈ। ਅਤੇ ਫਿਰ ਮੂੰਹ ਦੇ ਉੱਤੇ ਪਾਣਾ ਕਹਿੰਦੇ ਨੇ ਜੁੱਤੀਆਂ, ਮੂੰਹ ਦੇ ਉੱਤੇ ਉਸ ਨੂੰ ਜੁੱਤੀਆਂ ਹੀ ਖਾਣੀਆਂ ਪੈਂਦੀਆਂ ਹੈ, ਨਿੰਦਾ ਦਾ ਪਾਤਰ ਹੀ ਬਣਦਾ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਨੇ ਕੀ ਕਰਨਾ ਚਾਹੀਦਾ ਹੈ। ਮਹਾਰਾਜ, ਜਿਸ ਦਾ ਦਿੱਤਾ ਖਾਵਣਾ ਤਿਸ ਕਈ ਐਸਾ ਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੇ ਅਰਦਾਸ। ਮਹਾਰਾਜ ਕਹਿੰਦੇ ਨੇ ਜੋ ਸਾਨੂੰ ਰਿਜ਼ਕ ਦੇ ਰਿਹਾ ਹੈ, ਜਿਸ ਦਾ ਦਿੱਤਾ ਅਸੀਂ ਖਾ ਰਹੇ ਹਾਂ, ਹੰਢਾ ਰਹੇ ਹਾਂ, ਸਦਾ ਉਸ ਨੂੰ ਸ਼ਾਬਾਸ਼ ਕਹਿਣ ਦਾ ਅਰਥ ਹੈ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਸ ਦੀਆਂ ਵਡਿਆਈਆਂ ਗਾਉਣੀਆਂ ਚਾਹੀਦੀਆਂ ਨੇ।
क्योंकि महाराज ने अखीर में फिर वही गल कह दी, नानक हुक्म ना चले नाल खसम चले अरदास। खसम दे दर ते मालक दे दर ते हुक्म कदे नहीं चलता, उत्थे ते अरदास ही कहनी बनती है, अरदास ही करनी चाहिए है। तुद आगे अरदास हमारी, जियो पिंड सब तेरा, कहो नानक सब तेरी वडियाई, कोई ना ना जाने मेरा। 5 श्लोक सन पौड़ी दे नाल, बहुता विस्तार आपां नहीं कर पाए, पर क्योंकि विषय इक्को जिहा सी इस करके संपूर्ण करना भी जरूरी सी। सतगुरु बख्शिश करन, किरपा करन, जो कुछ महाराज ने उपदेश किया है साडे हिरदियां दे विच वस जाए। असी अपने जीवन नूं गुरु उपदेश के अनुसार ढालण का यतन करिए। गुरबाणी का उपदेश अमुल्ला है। ये उपदेश जिहड़ा है, ये ज्ञान जिहड़ा है, सानू होर किधरों भी प्राप्त नहीं हो सकता, पर प्राप्त तां ही होएगा जे गुरु के चरणों में आवांगे, गुरु घर में आवांगे, गुरबाणी नूं पढ़ांगे, गुरबाणी नूं समझांगे अते अपने अंदर झाती मारांगे। खाली पढ़ लई, समझ लई अते जीवन दे विच उस नूं लियाउण दा यतन नहीं किया, फिर उसका कोई बहुता लाभ नहीं है। सिक्खी एक बड़ा प्रैक्टिकल रिलीजन है, बड़ा प्रैक्टिकल धर्म है। इत्थे ते किवें पहुँचना है अकाल पुरख तक, जो साडे जीवन की यात्रा है उसनूं किवें असीं सफल बनाउणा है, हर कदम ते हर थां ते सतगुरु ने साडी अगवाई की है, साडा मार्गदर्शन किया है। सतगुरु बख्शिश करन, किरपा करन। धन गुरु नानक देव महाराज सारियां दे सिर ते मेहरमत दा भरिया हथ रखण, सारियां दे घरां विच बाणी दा नितनेम दा वास होवे, सारे गुरचरनां नाल जुड़न, सत्संगत दी दात सारियां नूं प्राप्त होवे। बेअंत भुलां गलतियां दी खिमा जी। वाहिगुरू जी का खालसा, वाहिगुरू जी की फतेह।